ਲੋਕਡਾਊਨ ਕਰਫਿਊ ਦੇ ਦੌਰਾਨ ਦੇਖਿਆ ਜਾਵੇ ਤਾਂ ਜ਼ਿਆਦਾਤਰ ਪੜ੍ਹਾਈ ਨੂੰ ਲੈ ਕੇ ਜੋ ਚਰਚਾਵਾਂ ਚੱਲੀਆਂ ਜਾਂ ਫਿਰ ਸਰਕਾਰਾਂ ਵੱਲੋਂ ਵੀ ਫੈਸਲੇ ਲਏ ਗਏ ਕਿ ਆਖਿਰਕਾਰ ਪੂਰੇ ਪੇਪਰ ਨਹੀਂ ਹੋ ਪਾਏ ਬਹੁਤ ਸਾਰੀ ਕਲਾਸਾਂ ਦੇ, ਤੇ ਜਾਂ ਫਿਰ ਦਿੱਕਤ ਇਹ ਸੀ ਕਿ ਜਿਹੜੇ ਪੇਪਰ ਰਹਿ ਗਏ ਤਾਂ ਉਹ ਕਰਵਾਏ ਕਿਵੇਂ ਜਾਣ। ਪਰ ਇਸ ਸਾਰੀ ਚੀਜ਼ਾਂ ਦੇ ਵਿੱਚ ICSE ਬੋਰਡ ਦੇ ਜਿਹੜੇ ਐਗਜ਼ਾਮ ਹੋਏ ਉਹਦੇ ਨਤੀਜੇ ਹੁਣ ਆ ਚੁੱਕੇ ਹੈਗੇ ਨੇ। ਸਾਡੇ ਨਾਲ ਮੁਸਕਾਨ ਹੈਗੇ ਨੇ, 99.25% ਉਹਨਾਂ ਨੇ ਇਹਦੇ ਵਿੱਚ ਕਹੀਏ ਕਿ ਟਰਾਈ ਸਿਟੀ ਦੇ ਟੋਪਰਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੈ। ਤੇ ਕਿਹਾ ਜਾ ਸਕਦਾ ਕਿ ਇਸ ਲੋਕਡਾਊਨ ਕਰਫਿਊ ਦੇ ਦੌਰਾਨ ਇਹ ਚੀਜ਼ਾਂ ਲੱਗਦਾ ਸੀਗਾ, ਕਿਉਂਕਿ ਹਰ ਸਾਲ ਅਸੀਂ ਦੇਖਦੇ ਹਾਂ ਜਦੋਂ ਵੀ ਨਤੀਜੇ ਸਾਹਮਣੇ ਆਉਂਦੇ ਨੇ ਟੌਪਰਸ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਬਾਕੀ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਆ। ਪਰ ਇਸ ਵਾਰ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਨਵੀਆਂ ਹੋ ਗਈਆਂ। ਕਿਉਂ? ਕਿਉਂਕਿ ਇਹ ਇੱਕ ਕਲਾਸ ਬਿਲਕੁਲ ਘਟ ਚੁੱਕੀ ਹੈ। ਸਾਡੇ ਨਾਲ ਮੁਸਕਾਨ ਨੇ ਗੱਲ ਕਰਾਂਗੇ ਕਿ ਆਖਿਰਕਾਰ ਇਹ ਸਾਰੀਆਂ ਚੀਜ਼ਾਂ ਦੇ ਪਿੱਛੇ ਕਿਸ ਤਰ੍ਹਾਂ ਦਾ ਉਹਨਾਂ ਦੀ ਆਪਦੀਆਂ ਕੋਸ਼ਿਸ਼ਾਂ ਰਹੀਆਂ। ਤੇ ਸਿਰਫ ਇਹ ਨਹੀਂ ਕਿ ਮੁਸਕਾਨ ਨਾਲ ਇਸ ਲਈ ਗੱਲ ਕਰ ਰਹੇ ਹਾਂ ਕਿ ਉਹ ICSE ਟੌਪਰ ਹੈ, ਬਲਕਿ ਇਸ ਲਈ ਵੀ ਕਿ ਉਹ ਜਿਸ ਤਰ੍ਹਾਂ ਦੇ ਨਾਲ ਸੋਸ਼ਲੀ ਕਾਜ਼ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ, ਉਹ ਵੀ ਬੇहद ਜ਼ਰੂਰੀ ਹੈ ਕਿ ਆਖਿਰਕਾਰ ਬੱਚੇ ਅੱਜ ਪੜ੍ਹਾਈ ਦੇ ਨਾਲ ਨਾਲ ਉਹ ਜ਼ਿੰਮੇਵਾਰੀਆਂ ਵੀ ਪੂਰੀ ਕਰ ਰਹੀਆਂ ਨੇ ਜਿਹੜੇ ਕਿ ਸ਼ਾਇਦ ਵੱਡੇ ਹੋ ਕੇ ਪਹਿਲਾਂ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਬਾਅਦ ਦੇ ਵਿੱਚ ਉਹਦੇ ਵਿੱਚ ਸ਼ਾਮਲ ਹੁੰਦੇ ਨੇ। ਮੁਸਕਾਨ, ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਟੌਪ ਕੀਤਾ, ਪਹਿਲਾਂ ਤਾਂ ਬਹੁਤ ਸਾਰੀਆਂ ਮੁਬਾਰਕਾਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ। ਤੇ ਕਿਹਾ ਜਾ ਸਕਦਾ ਕਿ ICSE ਟੌਪਰ ਨਾਲ ਸੋਸ਼ਲ ਕਾਜ਼ ਵੀ ਕਰਦੀ ਹੈ, ਤੇ ਕਿੰਨੀ ਕੁ ਪਰੇਸ਼ਾਨੀ ਰਹਿੰਦੀ ਹੈ? ਕਿਉਂਕਿ ਇਹ ਸਵਾਲ ਬੇਸ਼ੱਕ ਪੁਰਾਣਾ ਹੈਗਾ ਪਰ ਬੰਦਾ ਹਰ ਇੱਕ स्टूडेंट उस लिए जो कि टॉप करता है। परेशानी तो नहीं थी अगर पहले से ही फोकस हो और ध्यान रखें, पहले से ही सोच लिया है कि अपना बेस्ट देना है तो परेशानी नहीं होती। इसीलिए रोज़ पढ़ना ज़रूरी है ताकि लास्ट में स्ट्रेस ना हो और परेशानी ना हो। ਬੱਚੇ ਜ਼ਿਆਦਾਤਰ ਦੇਖਦੇ ਹੈਗੇ ਕਿ ਅਸੀਂ ਜਿੰਨੇ ਵੀ ਟੌਪ ਹੁੰਦੇ ਨੇ, ਦੂਸਰੇ ਬੱਚੇ ਸਮਝਦੇ ਨੇ ਕਿ ਇਹ ਬੱਚੇ ਦੀ ਸ਼ਾਇਦ ਲਾਈਫ ਹੈ ਜਿਹੜੀ ਬਾਕੀਆਂ ਨੂੰ ਚੇਂਜ ਹੈ ਬਿਲਕੁਲ। ਉਹ ਪੜ੍ਹਦਾ ਹੀ ਰਹਿੰਦਾ ਲਗਾਤਾਰ, ਉਹ ਖੇਲ ਕੂਦ ਦੇ ਵਿੱਚ ਨਹੀਂ ਜਾਂਦਾ, ਫੈਮਿਲੀ ਫੰਕਸ਼ਨਸ ਨਹੀਂ ਅਟੈਂਡ ਕਰਦਾ, ਜਾਂ ਬਾਕੀ ਜਿੰਨੇ ਵੀ ਪ੍ਰੋਗਰਾਮਸ ਨੇ ਉਹਨਾਂ ਦੇ ਵਿੱਚ ਨਹੀਂ ਜਾਂਦਾ। ਤੁਹਾਡੇ ਨਾਲ ਕਿਸ ਤਰ੍ਹਾਂ ਦਾ ਸੀ? ਕਿੰਨਾ ਕੁ ਸਮਾਂ ਤੁਸੀਂ ਪੜ੍ਹਾਈ ਨੂੰ ਦਿੰਦੇ ਸੀ ਤੇ ਕਿੰਨਾ ਕੁ ਸਮਾਂ ਬਾਕੀ चीज़ों ਲਈ? नहीं ऐसा नहीं है। गिल्टी, मुझे खुद भी ऐसा लगता था कि टॉपर होने के लिए सिर्फ पढ़ना चाहिए, बट ऐसा कुछ नहीं होता है। मैंने फैमिली फंक्शन से लेकर फ्रेंड्स के साथ आउटिंग से लेकर टीवी देखना, बहुत ज़्यादा टीवी देखा है मैंने, बहुत ज़्यादा टीवी शोज़ देखे हैं। और साथ में अपने एक्स्ट्रा करिकुलर्स भी मैनेज करे हैं मैंने। डिबेटिंग भी करी है, सोशल वर्क जैसा कि आपने बताया मेरे को बहुत पसंद है, मैं वो करती रहती हूँ। दोस्तों से मिलती रहती हूँ, हफ्ते में 2-3 बार तो ऐसे मिल लेती थी मैं दोस्तों से। तो बट हाँ, मेरा सिर्फ इतना था कि साथ साथ थोड़ा थोड़ा रोज़ पढ़ते रहोगे तो वो 2 महीने की जगह 1 साल में होगा और बेटर होगा। ਤੇ ਕਿੰਨੀ ਕੁ ਜ਼ਿਆਦਾ ਜੇ ਦੇਖਿਆ ਜਾਵੇ ਟਾਈਮਿੰਗ ਕੀ ਰੱਖੀ ਫਿਰ ਤੁਹਾਨੇ ਆਪਣੀ ਕਿ ਕਿਉਂਕਿ ਇੱਕ ਸ਼ਡਿਊਲ ਸੈੱਟ ਕਰਨਾ ਬਹੁਤ ਜ਼ਰੂਰੀ ਹੁੰਦਾ ਕਿ ਮਾਰਨਿੰਗ ਚਾਹੇ ਇਵਨਿੰਗ ਦੀ ਗੱਲ ਹੋਵੇ, ਆਫਟਰਨੂਨ ਦੀ ਗੱਲ होवे, किस तरह की टाइमिंग किस तरह की सी? तो मेरा यही था कि स्कूल जाती थी, आती थी, एक पावर नैप लेती थी, सोना बहुत मेरे को लगता था ज़रूरी है। उठकर मैं पढ़ना शुरू कर देती थी। दोपहर मतलब दोपहर 3:30-4 बज जाते थे। फिर 2.5-3 घंटे, 3-3.5 घंटे पढ़कर ख़त्म कर देती थी दिन का। नॉर्मली दोस्तों से बात करती थी, पेरेंट्स के साथ शॉपिंग चली जाती थी, टीवी देख लेती थी, सोशल वर्क का सारा काम जो भी मेरे काम थे, पोस्ट लिख दिया या लोगों के साथ टॉक्स लेनी थी, वो सब प्लान करती थी। और इतना ही बैलेंस। ਬਾਕੀ ਜਿਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਕਿ ਸਟੇਟ ਬੋਰਡ ਐਜੂਕੇਸ਼ਨ ਬੋਰਡ ਹੁੰਦੇ ਨੇ ਜਾਂ ਫਿਰ CBSE ਦੀ ਗੱਲ ਕੀਤੀ ਜਾਵੇ, ਪਰ ICSE ਉਹਦੇ ਬਾਰੇ ਟੌਪ ਬਾਰੇ ਸੋਚਣਾ ਏਮ ਰੱਖਿਆ ਸੀ ਕੋਈ, ਜਾਂ ਕਹੀਏ ਕਿ ਇਹ ਬਾਈ ਲੱਕ ਹੋ ਗਿਆ? एम इतना ही था कि अपना बेस्ट देना है। पता था कि अगर कंटिन्यूस पढ़ाई करोगे तो 100 लाना भी बहुत ज़्यादा आउट ऑफ द वर्ल्ड नहीं होता है। नहीं आ सकते अच्छे स्कोर अगर रट्टा मार रहे हो, नहीं आ सकते, समझ के करना पड़ता है। +1 +2 11 12 सब्जेक्ट्स ही ऐसे नहीं होते, कॉन्सेप्ट्स ही ऐसे नहीं होते कि रोट लर्निंग के बाद यू कैन गेट अ रिजल्ट। तो नॉलेज होना बहुत ज़रूरी है। मेरे तो टीचर्स परेशान हो जाते थे, मैं इतने सवाल पूछती थी आउट ऑफ सिलेबस भी कभी कभी, बट नहीं ऐसा, मतलब मैं मजाक में बोल रही हूँ। मेरे टीचर्स ने बहुत 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 ज़्यादा सपोर्ट करा है। जब भी मेरे क्वेश्चंस होते थे, और मेरे बहुत ज़्यादा क्वेश्चंस होते थे, लेट मी ऐड, हमेशा थे स्कूल के टीचर्स, ट्यूशन के टीचर्स, बहुत ज़्यादा सपोर्ट किया है। ਸਭ ਤੋਂ ਵੱਡੀ ਗੱਲ ਕਿ ਆਖਿਰਕਾਰ ਮਾਂ-ਬਾਪ ਨੇ ਕਿੰਨਾ ਜ਼ਿਆਦਾ, ਜੇ ਕਹੀਏ ਕਿ ਪਰਿਵਾਰ ਨੇ ਕਿੰਨਾ ਜ਼ਿਆਦਾ ਜ਼ੋਰ ਲਾਇਆ। ਬੱਚਿਆਂ ਨੂੰ ਆਮ ਤੌਰ ਤੇ ਦੇਖਿਆ ਜਾਂਦਾ, ਕਿਹਾ ਜਾਂਦਾ ਕਿ ਪੜ੍ਹ ਲਓ ਬਾਰੀ-ਬਾਰੀ ਕਿਹਾ ਜਾਂਦਾ। पेरेंट्स ने बिल्कुल फ्री हैंड छड्या कि कुछ भी करो। उल्टा कभी कभी तो जब मेरे को स्ट्रेस होता था, मम्मा पापा बोलते थे छोड़ दे पढ़ाई, क्या हो रहा है स्ट्रेस लेकर। बहुत ज़्यादा सपोर्ट था। वही है, मेरे को पता है मेंटल हेल्थ, मुझे पता है मेंटल हेल्थ कितनी इंपॉर्टेंट है। मानसिक रूप से अगर आप खुश नहीं हो तो आप कुछ और कैसे ही कर सकते हो। दुखी में आपका कितना ही आउटपुट रहेगा। बट हाँ, कुछ भी स्ट्रेस होता था, छोटा सा भी होता था, तो मैं मम्मा पापा के पास चली जाती थी कि अब ये स्ट्रेस हो गया,
और बहुत ज़्यादा सब प्यार से पेशेंटफुली विदाउट फोर्सिंग मी मार्क्स के लिए। आई थिंक इसी की वजह से रिजल्ट भी अच्छा आया है। जब एटमॉस्फेयर अच्छा नहीं होगा तो रिजल्ट नहीं अच्छा होगा, और एटमॉस्फेयर कंड्यूसिव है तो ਰਿਜ਼ਲਟ ਠੀਕ ਰਹਾ। ਹੁਣ टीचर्स ਦੇ ਨਾਲ ਗੱਲਬਾਤ ਹੋਈ, ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਇਹ स्टूडेंट टॉप करेगा? टीचर्स को बहुत एक्सपेक्टेशंस थी। एक वो भी था कि टीचर्स ने एफर्ट बहुत डाला था मेरे साथ, तो उनका हक भी था कि एक्सपेक्ट करें। मैंने भी टीचर्स के लिए था कि टीचर्स डिसअपॉइंट नहीं होने चाहिए। जितना एफर्ट उन्होंने डाला है, जितना सपोर्ट उन्होंने मुझे करा है, उसके बाद एटलीस्ट वो खुश रहें, और वो खुश हैं, और इस बात से मैं बहुत खुश हूँ। ਨਾਲ ਹੀ ਦੇਖਿਆ ਜਾਵੇ ਮੁਸਕਾਨ, ਤੁਸੀਂ ਜਿਹੜਾ ਤ੍ਰਿਆ ਕਰਕੇ ਪ੍ਰੋਜੈਕਟ ਵੀ ਚਲਾ ਰਹੇ ਹੈਗੇ ਹੋ, ਤਾਂ ਉਹਦੇ ਵਿੱਚ ਦੇਖਿਆ ਜਾਵੇ ਉਹ ਕੀ ਸੀਗਾ ਆਈਡੀਆ? ਕਿਉਂਕਿ ਆਮ ਤੌਰ ਤੇ ਬੱਚੇ ਇਸ ਉਮਰ ਦੇ ਵਿੱਚ ਤਾਂ ਪੜ੍ਹਾਈ ਦੇ ਵਿੱਚ ਹੀ ਜ਼ਿਆਦਾ ਧਿਆਨ ਦਿੰਦੇ ਨੇ, ਸ਼ਾਇਦ ਐਟੀਟਿਊਡ ਵੀ ਜੇ ਕਹੀਏ ਕਿ ਉਸੇ ਹਿਸਾਬ ਦੇ ਨਾਲ ਮੁਸਕਾਨ ਦਾ ਬਣ ਚੁੱਕਿਆ ਹੈਗਾ। त्रिया प्रोजेक्ट बेसिकली एक प्रोजेक्ट है, हम 6-7 लड़कियों ने एक प्रोजेक्ट बनाया है जो पीरियड्स हैं, महावरी है, जिसके बारे में लोग बात नहीं करते, जिसकी वजह से महिला सशक्तिकरण, विमेन एम्पावरमेंट में बहुत बैकलैश हुआ है। हम लोग उसके अगेंस्ट करते हैं। अब जैसे हम और आप बात कर पा रहे हैं, वैसे मैं चाहती हूँ कि दुनिया में हर इंसान ऐसे ही इतने आराम से उसके बारे में बिना शर्माए, बिना ये सोचे कि कुछ गलत है, बात कर पाए, बिकॉज ये तो प्रकृति है। ਪਰ ਇਸ ਦੇ ਵਿੱਚ ਦੇਖਦੇ ਹਾਂ ਕਿ ਚੰਗੇ ਐਜੂਕੇਟਡ ਲੋਕ ਵੀ ਇਸ ਚੀਜ਼ ਤੋਂ ਘਬਰਾਉਂਦੇ ਨੇ, ਗੱਲ ਨਹੀਂ ਕਰਦੇ ਹੈਗੇ, ਕਿੰਨਾ ਮਰਜ਼ੀ ਸਮਝਾ ਲਓ ਉਹਨਾਂ ਨੂੰ। ये मैंने देखा है बहुत स्कूल्स में। टचवुड हमारा स्कूल स्ट्रॉबेरी फिग्स हाई स्कूल में ऐसा नहीं था। मेरे एजुकेटर से, मेरी प्रिंसिपल से, मेरे डायरेक्टर से, सारे स्टाफ मेंबर्स से बहुत सपोर्ट मिला है मुझे। पर हाँ, मैंने देखा है कि टीचर्स भी बात नहीं करते हैं, सेकेंड जनरेशन लोग, थर्ड जनरेशन लोग तक बात नहीं करते। तो मेरा यही रहता है कि जितने लोग समझ पाएँ, स्पेशली यंग माइंड्स जो अभी आगे बड़े होंगे, जो आगे लीडर्स हैं जिसको हम कहते हैं, एटलीस्ट वो समझ जाएँ। और फिर वो अगर हर बच्चा समझ के अपने पेरेंट्स को समझाएगा, सिर्फ अपने पेरेंट्स को समझाएगा, तो वो ਕਾਫੀ ਮੇਨ ਇਸ ਦੇ ਵਿੱਚ ਦੇਖਦੇ ਕੀ ਹੋ ਕਿ ਜਿਹੜਾ ਇਹ ਪ੍ਰੋਜੈਕਟ ਤੁਸੀਂ ਚਲਾ ਰਹੇ ਹੋ, ਇਹਦੇ ਵਿੱਚ ਮੇਨ ਦੇਖਿਆ ਜਾਵੇ ਕਿ ਠੀਕ ਹੈ ਲੜਕੀਆਂ ਨੂੰ ਪਤਾ ਹੈ, ਉਹ ਆਪਦੀ ਉਹਦੀ ਪ੍ਰੀਕਾਸ਼ਨ ਵੀ ਲੈ ਲੈਂਦੀਆਂ ਨੇ, ਜਾਂ ਜੋ ਵੀ ਜ਼ਰੂਰਤਾਂ ਨੇ ਉਹ ਪੂਰੀਆਂ ਕਰ ਲੈਂਦੀਆਂ ਨੇ, ਬਟ ਐਜੂਕੇਟ ਕਰਨ ਦੀ ਕੀ ਲੋੜ? ਆਖਿਰਕਾਰ ਇਹਦੀ ਮੇਨ ਪ੍ਰੋਬਲਮ ਕੀ ਹੁੰਦੀ ਹੈ, ਕਿ ਪਰੇਸ਼ਾਨੀ ਕੀ ਆਉਂਦੀ ਹੈ ਤੁਸੀਂ ਦੇਖਦੇ ਹੋ ਲੜਕੀਆਂ ਨੂੰ ਜਿਹੜੀ ਅੱਜ ਵੀ ਆ ਰਹੀ ਹੈ? चंडीगढ़ मोहाली ट्राई सिटी एरिया में लोग काफ़ी एजुकेटेड है, फिर भी मैंने सुना है कि लड़कियों को अचार नहीं छूने देते, चटनी नहीं खाने देते, खाना नहीं परोसने देते, यहाँ तक पूजा नहीं करने देते। पूजा करना तो सबका हक है। भगवान जिन्होंने खुद हमें हमारी बायोलॉजी दी है, हमें जनन शक्ति दी है, अगर वो कभी हमें नहीं बोलेंगे कि मेरे द्वार पे मत आओ, तो क्या कहते हैं, लोगों को ये जब मैं बात करती थी इसके बारे में, जब मैं लोगों के साथ टॉक्स लेने जाती थी, तो उनका फर्स्ट रिएक्शन होता था ये किसके बारे में बात कर रही है, बस वही बदलना है उनको दे। और हम लोग पैड्स, मेंस्ट्रुअल और सैनिटरी स्टाफ वो सब भी डिस्ट्रीब्यूट करते हैं, बायोडिग्रेडेबल पैड्स। लॉकडाउन कर्फ्यू के दौरान भी ये सब जारी रहा? जितना भी हम ऑनलाइन कर सकते हैं वो कर रहे हैं। हम सब इंडिविजुअल लेवल पे भी आज त्रिया लेवल उस पर भी। ਬਿਲਕੁਲ। ਮੁਸਕਾਨ ਦੇ ਜੇ ਕਹੀਏ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਨੇ ਜਿਹੜੇ ਰੇਡੀਓਲੋਜਿਸਟ ਨੇ ਤੇ ਮਦਰ ਨੇ ਐਨਸਥੀਸੀਆ ਦੇ ਵੀ ਪ੍ਰੋਫੈਸਰ ਨੇ। ਮੈਮ ਜੇ ਕਿਹਾ ਜਾਵੇ ਇੱਕ ਪ੍ਰੋਫੈਸਰ ਆਪਣੇ ਬੱਚਿਆਂ ਨੂੰ ਇਹ ਸਮਝਦਾ, ਆਮ ਤੌਰ ਤੇ ਲੋਕ ਇਹ ਕਹਿੰਦੇ ਨੇ ਕਿ ਜਦੋਂ ਪ੍ਰੋਫੈਸਰ ਆਪ ਪਰਿਵਾਰ ਦੇ ਵਿੱਚ ਹੈਗੇ ਨੇ, ਚਲੋ ਤੁਸੀਂ ਮੈਡੀਕਲ ਇੰਸਟੀਟਿਊਸ਼ਨ ਦੇ ਵਿੱਚ ਹੈਗੇ ਹੋ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ ਟੌਪ ਕਰਨਾ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਬੱਚੇ ਦੀ ਮਿਹਨਤ ਬਹੁਤ ਜ਼ਰੂਰੀ ਹੁੰਦੀ ਹੈ। ਇਸ ਤਰ੍ਹਾਂ ਨਹੀਂ ਕਿ ਡਾਕਟਰ ਦਾ ਬੱਚਾ ਹੈਗਾ ਤਾਂ ਟੌਪ ਕਰ ਹੀ ਜੂਗਾ। ਬੱਚਾ ਮਿਹਨਤ ਕਰੂਗਾ ਤਾਂ ਹੀ ਉਹ ਟੌਪ ਕਰ ਸਕਦਾ ਹੈ। ਦੂਜਾ, ਬੱਚੇ ਨੂੰ ਸਪੋਰਟ ਪੂਰਾ ਮਿਲੇ। ਬੱਚਾ ਜਿੰਨਾ ਰਿਲੈਕਸ ਹੋ ਕੇ ਪੜੂਗਾ ਤਦੇ ਉਹ ਪੂਰੀ ਆਊਟਪੁੱਟ ਦੇ ਸਕਦਾ ਹੈ। ਸੋ ਇਹੀ ਅਸੀਂ ਇਸ ਤਰ੍ਹਾਂ ਨਹੀਂ ਹੈਗਾ ਕਿ ਬੱਚਾ ਡਾਕਟਰ ਦਾ ਬੱਚਾ ਹੈ ਤਾਂ ਆਟੋਮੈਟਿਕਲੀ ਟੌਪ ਕਰ ਜੂਗਾ। ਬੱਚੇ ਦੀ ਮਿਹਨਤ ਬਹੁਤ ਜ਼ਰੂਰੀ ਹੈ। ਇੱਕ ਚੀਜ਼ ਬੜੀ ਅੱਛੀ ਲੱਗੀ ਕਿ ਮੁਸਕਾਨ ਨੇ, ਆਮ ਤੌਰ ਤੇ ਅਸੀਂ ਦੇਖਦੇ ਹਾਂ ਪਰਿਵਾਰਾਂ ਦੇ ਵਿੱਚ ਦਬਾਅ ਇਹੀ ਰਹਿੰਦਾ ਕਿ ਪੜ੍ਹੇ ਚੱਲੋ ਬੱਚਿਆਂ ਨੂੰ, ਹਮੇਸ਼ਾ ਹੀ ਕਰੇ ਜਾਂਦੇ, ਪਰ ਤੁਸੀਂ ਬਿਲਕੁਲ ਫ੍ਰੀਲਾਂਸ ਛੱਡਿਆ ਤਾਂ ਕਹਿ ਸਕਦੇ ਕਿ ਰਿਜ਼ਲਟ ਅੱਛੇ ਆਉਂਦੇ ਨੇ ਜੇ ਤੁਸੀਂ ਬੱਚਿਆਂ ਤੇ ਭਰੋਸਾ ਕਰਦੇ ਹੋ। ਇਹ ਤਾਂ ਬਿਲਕੁਲ ਜ਼ਰੂਰੀ ਹੈ। ਜਦੋਂ ਬੱਚਿਆਂ ਦੀ ਮੈਂਟਲ ਹੈਲਥ ਠੀਕ ਰਹੇਗੀ ਤਾਂ ਰਿਜ਼ਲਟ ਬੈਟਰ ਆਉਣਗੇ। ਅਸੀਂ ਬਿਲਕੁਲ ਫ੍ਰੀ ਹੈਂਡ ਛੱਡਿਆ ਸੀਗਾ। ਇਨਫੈਕਟ ਅਸੀਂ ਤਾਂ ਉਲਟਾ ਵੀ ਕਹਿੰਦੇ ਸੀਗੇ, ਕਦੇ ਕਦੇ ਕਹਿੰਦੇ ਸੀ ਕਿ ਛੱਡ, ਤੇ ਜਰਾ ਸੀ ਵੀ ਟੈਨਸ਼ਨ ਹੋਈ, ਛੱਡ ਤੂੰ ਪੜ੍ਹਾਈ ਛੱਡ, ਚੱਲ ਘੁੰਮਣ ਚੱਲਦੇ ਹਾਂ। ਤਾਂ ਪੂਰਾ ਸਪੋਰਟ ਸੀਗਾ, ਸਕੂਲ ਦਾ ਸਪੋਰਟ ਸੀਗਾ, ਟੀਚਰ ਦਾ ਸਪੋਰਟ ਸੀਗਾ, ਸਾਡਾ ਸਪੋਰਟ ਸੀਗਾ। ਜਦੋਂ ਇੰਨਾ ਅੱਛਾ ਸਪੋਰਟ ਮਿਲਿਆ ਤਾਂ ਹੀ ਇਸ ਤਰ੍ਹਾਂ ਦੇ ਰਿਜ਼ਲਟ ਆਏ। ਬਿਲਕੁਲ ਸਰ, ਤੁਸੀਂ ਜੇ ਦੇਖਿਆ ਜਾਵੇ ਤੁਸੀਂ ਸੋਚਿਆ ਸੀ ਇਸ ਤਰ੍ਹਾਂ ਦੇ ਨਾਲ? ਕਿਉਂਕਿ ਆਮ ਤੌਰ ਤੇ ਦੇਖਦੇ ਹਾਂ ਕਿ ਬੱਚੇ ਪੜ੍ਹਨ 'ਚ ਹੁਸ਼ਿਆਰ ਹੁੰਦੇ ਨੇ, ਬਟ ਟੌਪ ਜਦੋਂ ਬੱਚਾ ਕਰਦਾ ਹੈਗਾ ਤਾਂ ਫਿਰ ਜ਼ਰੂਰ ਫੀਲਿੰਗ ਦੇ ਵਿੱਚ ਆਉਂਦਾ ਕਿ ਯਾਰ ਮੈਂ ਤਾਂ ਸੋਚਿਆ ਹੀ नहीं ਸੀਗਾ ਜੀ इस तरह का। नहीं, ऐसा नहीं है। मुस्कान के साथ हमें उम्मीद थी कि टॉप कर सकती है, कभी भी कर सकती है, और फ्यूचर में भी जहाँ पे यूनिवर्सिटी वगैरह में जाएगी, आई बिलीव शी विल बी एसेट टू द कंसर्न यूनिवर्सिटी। ਤੇ ਅੱਗੇ ਦਾ ਏਮ ਕੀ ਲੈ ਕੇ ਚੱਲੇ ਹੋ? ਮੁਸਕਾਨ ਤੋਂ ਹਾਲਾਂਕਿ ਇਹ ਪੁੱਛਣਾ ਚਾਹੁੰਦਾ ਸੀ, ਬਟ ਪਰਿਵਾਰ ਦਾ ਵੀ ਇੱਕ ਹੁੰਦਾ ਕਿ ਬੱਚਾ ਕਿਸ ਲਾਈਨ ਵੱਲ ਅੱਗੇ ਵਧੇ ਜਾਂ ਕੀ ਉਹ ਵੱਡਾ ਹੋ ਕੇ ਬਣੇ, ਤਾਂ ਤੁਸੀਂ ਕੀ ਸੋਚ ਰਹੇ ਹੈਗੇ? मुस्कान का डिसीजन है। अभी तो इकोनॉमिक्स ऑनर्स करना चाहती है, यूनिवर्सिटीज़ शॉर्टलिस्ट हो रही हैं, और जब इकोनॉमिक्स ऑनर्स में जाएगी एक्सपोजर मिलेगा, सारी लाइंस के बारे में पता चलेगा,
उस हिसाब से अपना डिसीजन लेगी बच्चे को थोड़ा मुस्कान, ਇੱਕ ਏਮ ਹੈਗਾ ਇਹਦਾ ਅੱਛਾ ਇਨਸਾਨ, ਇਹ ਸਾਡਾ ਏਮ ਹੈਗਾ, ਅੱਛਾ ਇਨਸਾਨ ਬਣ ਜੇ ਤੇ ਪ੍ਰੋਫੈਸ਼ਨ ਤਾਂ ਆਪਣੇ ਆਪ ਅੱਗੇ ਅੱਛਾ ਨਿਕਲ ਹੀ ਜਾਂਦਾ। ਬਿਲਕੁਲ ਇਹ ਬੇहद ਜ਼ਰੂਰੀ ਹੈ। ਮੁਸਕਾਨ ਕਹਿ ਸਕਦੇ ਆ ਕਿ ਜਿਵੇਂ ਸੋਸ਼ਲੀ ਕੋਜ਼ ਨਾਲ ਜਾਰੀ ਰੱਖਦੇ ਹੋ ਤਾਂ ਪ੍ਰੋਫੈਸ਼ਨ ਵੀ ਕੋਈ ਇਹ ਜਿਹੀ ਹੀ ਚੁਣੋਗੇ ਕਿ ਉਹਦੇ ਵਿੱਚ ਕੱਲ੍ਹ ਨੂੰ ਦਿੱਕਤਾਂ ਨਾ ਆਉਣ, ਕਿਉਂਕਿ ਇੰਨੀ ਛੋਟੀ ਉਮਰੇ ਸ਼ੁਰੂ ਕਰਿਆ ਤਾਂ ਲੱਗਦਾ ਨਹੀਂ ਹੈਗਾ ਕਿ ਲੰਬੀ ਦੌੜ ਦੇ ਵਿੱਚ ਉਹਨੂੰ ਰੋਕਿਆ ਜਾ ਸਕੇ। सोशल वर्क अगर मैं किसी भी स्ट्रीम में जाती हूँ वो मेरा कंटिन्यूड रहेगा। अगर इकोनॉमिक्स भी मेरा इसीलिए एक एस्पेक्ट था, मैक्रो इकोनॉमिक पॉलिसी की तरफ मेरा एक वो था, इंटरेस्ट था, इसीलिए बिकॉज मेरे को था कि इतना एम्प्लॉयमेंट, इतना पॉवर्टी है, उसके बारे में ही कर पाऊँ। बट अदरवाइज़ अगर मैं उस फील्ड में नहीं जाती हूँ और कल को मैं किसी और फील्ड में जाती हूँ तो सोशल वर्क तो किसी भी चीज़ के साथ चल सकता है। अगर स्कूल के साथ चल सकता है तो फिर प्रोफेशन के साथ तो चल ही सकता है। ਬਿਲਕੁਲ ਇਹ ਜੇ ਕਿਹਾ ਜਾਵੇ ਕਿ ਜਿਸ ਤਰ੍ਹਾਂ ਦੇ ਨਾਲ ਪੂਰੀ ਗੱਲਬਾਤ ਕਰੀ, ਹਾਲਾਂਕਿ ਅਸੀਂ ਗੱਲਬਾਤ ਕੱਲੀ ਇੱਥੇ ਤੱਕ ਵੀ ਦਿਖਾ ਸਕਦੇ ਸੀਗੇ ਕਿ ਆਖਿਰਕਾਰ ਟੌਪ ਕਰਿਆ ਮੁਸਕਾਨ ਨੇ ਤੇ ਉਸਦੇ ਪਿੱਛੇ ਕੀ ਗੱਲਾਂ ਰਹੀਆਂ, ਕੀ ਪਰੇਸ਼ਾਨੀ ਰਹੀਆਂ, ਜਾਂ ਜਿਵੇਂ ਆਮ ਤੌਰ ਤੇ ਦੇਖਿਆ ਜਾਂਦਾ ਕਿ ਕਿਸ ਤਰ੍ਹਾਂ ਦੇ ਨਾਲ ਬਾਕੀ ਬੱਚੇ ਵੀ ਮੋਟੀਵੇਟ ਹੋਣ। ਪਰ ਇਸ ਤੋਂ ਵੱਡੀ ਸਭ ਤੋਂ ਵੱਡੀ ਜੇ ਗੱਲ ਕਿਹਾ ਜਾਵੇ ਇਹ ਵੀ ਜ਼ਰੂਰੀ ਹੈਗਾ ਕਿ ਜਦੋਂ ਤੁਸੀਂ ਨਾਲ ਸਿਰਫ ਕੱਲੀ ਪੜ੍ਹਾਈ ਦੇ ਉੱਤੇ ਇੰਨਾ ਜ਼ਿਆਦਾ ਵਜ਼ਨ ਨਹੀਂ ਪਾਉਂਦੇ ਹੈਗੇ ਕਿ ਸਿਰਫ ਤੁਸੀਂ ਉਸੇ ਬਾਰੇ ਸੋਚੋ, ਬਲਕਿ ਜੇ ਬਾਕੀ ਚੀਜ਼ਾਂ ਬਾਰੇ ਵੀ ਸੋਚਦੇ ਹੋ, ਸਮਾਜਿਕ ਜ਼ਿੰਮੇਵਾਰੀਆਂ ਵੀ ਪੂਰੀਆਂ ਹੁੰਦੀਆਂ ਨੇ, ਨਾਲ ਹੀ ਤੁਹਾਡੇ ਪੜ੍ਹਨ ਦੀ, ਸੋਚਣ ਦੀ ਤੇ तमाम ਜੇ ਕਹੀਏ ਕਿ ਪਰੇਸ਼ਾਨੀਆਂ ਤੋਂ ਪਰੇ ਹੋ ਕੇ ਤੁਸੀਂ ਕਿਸ ਤਰ੍ਹਾਂ ਦੇ ਨਾਲ ਅੱਗੇ ਵਧ ਸਕਦੇ ਹੋ, ਇਸ ਚੀਜ਼ ਦੀ ਵੀ ਮਿਸਾਲ ਮੁਸਕਾਨ ਹੈਗੀ ਹੈ। ਜ਼ਰੂਰੀ ਨਹੀਂ ਕਿ ਟੌਪ ਕਰੋ, ਪਰ ਇੰਨਾ ਜ਼ਰੂਰ ਹੈ ਨਤੀਜੇ ਬਿਹਤਰ ਅਤੇ ਚੰਗੇ ਰਹਿੰਦੇ ਨੇ। ਵੀਡੀਓ ਜਰਨਲਿਸਟ ਗੌਰਵ ਦੇ ਨਾਲ ਸੁਮੀ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।